Hello student, good morning. Today we are doing the second poem of plus one arts and English literature. The second poem is that उरे भी आगे. Hello student. Hello student, good morning. Today we are doing the second poem of plus one arts and English literature. Second poem is that going downhill on a bicycle, which is written by H.C. Beeching. Introduction of the poem is that in this poem the poet records one of his experience. पोइट ने इस ਦੇ ਵਿੱਚ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਰਿਕਾਰਡ ਕੀਤੇ ਐਂਡ ਦੀ ਪੋਇਟ ਵਾਜ਼ ਦੈਨ ਅ ਬॉय ਜਦੋਂ ਪੋਇਟ ਇੱਕ ਲੜਕਾ ਸੀਗਾ ਹੀ ਵੈਂਟ ਅਪ ਅ ਹਿਲ ਵਿਦ ਹਿਜ਼ ਬਾਈਸਾਈਕਲ ਉਹ ਇੱਕ ਹਿਲ ਦੇ ਉੱਪਰ ਆਪਣੇ ਬਾਈਸਾਈਕਲ ਦੇ ਨਾਲ ਜਾਂਦਾ ਹੈ ਦੈਨ ਹੀ ਕੇਮ ਬੈਕ ਡਾਊਨ ਦੀ ਹਿਲ ਔਨ ਹਿਜ਼ ਬਾਈਸਾਈਕਲ ਫਿਰ ਆਪਣੇ ਬਾਈਸਾਈਕਲ ਦੀ ਰਾਹੀਂ ਹੇਠਾਂ ਉਤਰਦਾ ਹੈ ਦੀ ਪੋਇਟ ਫੈਲਟ ਐਜ਼ ਇਫ ਹੀ ਵਰ ਫਲਾਇੰਗ ਇਨ ਦੀ ਏਅਰ ਲਾਈਕ ਅ ਬਰਡ ਜਦੋਂ ਪੋਇਟ ਉੱਪਰ ਨੂੰ ਜਾਂਦਾ ਜਾਂ ਹੇਠਾਂ ਨੂੰ ਉਤਰਦਾ ਉਹ ਆਪਣੇ ਆਪ ਨੂੰ ਇੱਕ ਪੰਛੀ ਦੀ ਤਰ੍ਹਾਂ ਸਮਝਦਾ ਕਿ ਪੰਛੀ ਦੀ ਤਰ੍ਹਾਂ ਉੱਡ ਰਿਹਾ ਇਟ ਵਾਜ਼ ਐਨ ਐਕਸਪੀਰੀਅੰਸ ਆਫ ਅਮੇਜ਼ ਜੋਆਈ ਇਹ ਇੱਕ ਬਹੁਤ ਵੱਡੇ ਲੈਵਲ ਦਾ ਜੋਆਈ ਐਕਸਪੀਰੀਅੰਸ ਹੈ ਤਜਰਬਾ ਹੈ ਦੀ ਪੋਇਟ ਯੂਜ਼ਸ ਹਿਜ਼ ਐਕਸਪੀਰੀਅੰਸ ਟੂ ਬਰਿੰਗ ਆਊਟ ਅ ਮੈਸੇਜ ਇਸ ਪੋਇਮ ਦੇ ਵਿੱਚ ਪੋਇਟ ਸਾਡੇ ਲਈ ਇੱਕ ਮੈਸੇਜ ਲੈ ਕੇ ਆਉਂਦਾ ਹੈ ਹੀ ਸੇਡ ਦੈਟ ਹਾਰਡ ਵਰਕ ਇਜ਼ ਨੈਸੈਸਰੀ ਟੂ ਡਰਾਈਵ ਦੀ ਜੋਆਈ ਆਫ ਲਾਈਫ ਜ਼ਿੰਦਗੀ ਦੇ ਵਿੱਚ ਹਾਰਡ ਵਰਕ ਬਹੁਤ ਜ਼ਰੂਰੀ ਹੈ ਜੇ ਅਸੀਂ ਕੀ ਕਰਨਾ ਹੋਵੇ ਜੋਆਈ ਆਫ ਲਾਈਫ ਜ਼ਿੰਦਗੀ ਦੇ ਵਿੱਚ ਖੁਸ਼ੀ ਪਾਉਣੀ ਹੋਵੇ ਡਰਾਈਵ ਕਰਨਾ ਹੋਵੇ ਕੁਛ ਵੀ ਮਤਲਬ ਜਿਵੇਂ ਆਪਾਂ ਲਾਈਫ ਨੂੰ ਜੀ ਰਹੇ ਹਾਂ ਨਾ ਆਪਾਂ ਡਰਾਈਵ ਕਰ ਰਹੇ ਹਾਂ ਬੇਟਾ ਵਨ ਕੈਨ ਇੰਜੋਏ ਦੀ ਡਾਊਨਵਰਡ ਰਾਈਡ ਔਨ ਅ ਹਿਲ ਸਾਈਡ ਓਨਲੀ ਆਫਟਰ ਹੀ ਹੈਜ਼ ਟੋਇਲਡ ਟੂ ਗੋ ਅਪਵਰਡ ਇਟ ਮੀਨਸ ਇਜ਼ ਦੈਟ ਜਿਵੇਂ ਉਸਨੇ ਕੈਨ ਇੰਜੋਏ ਕਰ ਸਕਦੇ ਹਨ ਡਾਊਨਵਰਡ ਰਾਈਡ ਔਨ ਅ ਹਿਲ ਸਾਈਡ ਓਨਲੀ ਆਫਟਰ ਹੀ ਹੈਜ਼ ਟੋਇਲਡ ਟੂ ਗੋ ਅਪਵਰਡ ਜਿੰਨੀ ਜ਼ਿਆਦਾ ਅਪਵਰਡ ਮਤਲਬ ਉਸਨੇ ਜਾਣ ਦੇ ਲੱਗੇ ਮਿਹਨਤ ਕੀਤੀ ਸੀ ਓਨਾ ਹੀ ਉਸਨੂੰ ਇੰਜੋਏ ਹੇਠਾਂ ਹਿਲ ਸਾਈਡ ਅਤੇ ਡਾਊਨਵਰਡ ਹੁੰਦੇ ਹੋ ਨਾ ਬਹੁਤ ਇੰਜੋਏ ਕਰਦਾ ਅਤੇ ਉਸ ਚੀਜ਼ ਨੂੰ ਉਹ ਕੀ ਕਰ ਰਿਹਾ ਸ਼ੇਅਰ ਕਰ ਰਿਹਾ ਸਾਡੇ ਨਾਲ ਰਿਕਾਰਡ ਕੀਤਾ ਜੋ ਉਹਨੇ ਐਕਸਪੀਰੀਅੰਸ ਸੋ ਨਾਓ ਵੀ ਆਰ ਰੀਡਿੰਗ ਦੀ ਸਟੰਜਸ ਲਿਸਨ ਵਿਥ attentively with lifted feet hands still I am poised and down the hill dirt with heedful mind the air goes by a wind it means is that ਕਵੀ ਇੱਕ ਸਾਈਕਲ ਦੇ ਉੱਤੇ ਸਵਾਰ ਹੁੰਦਾ ਹੈ ਪਹਾੜੀ ਤੋਂ ਹੇਠਾਂ ਨੂੰ ਉਤਰ ਰਿਹਾ ਸੀ ਆਪਣੇ ਪੈਰਾਂ ਦੇ ਉੱਤੇ ਉਸਨੇ ਕੀ ਰੱਖੇ ਹੋਏ ਸੀਗੇ ਜੋ ਆਪਣੇ ਪੈਰ ਸੀਗੇ ਉਸਨੇ ਪੈਂਡਲ ਤੋਂ ਉੱਪਰ ਨੂੰ ਚੱਕੇ ਹੋਏ ਸੀਗੇ ਅਤੇ ਉਹਨੇ ਆਪਣਾ ਮਾਇੰਡ ਪੂਰੀ ਤਰ੍ਹਾਂ ਚੌਕਸ ਕੀਤਾ ਹੋਇਆ ਸੀਗਾ ਹਾਂਜੀ ਬੱਚੇ ਜੋ ਡਰਟ ਹੈ ਨੀਚੇ ਵੱਲ ਨੂੰ ਆਉਣਾ ਹੁੰਦਾ ਹੈ ਠੀਕ ਹੈ ਹੀਡਫੁਲ ਮਾਇੰਡ ਹੁੰਦਾ ਆਪਣੇ ਮਾਇੰਡ ਨੂੰ ਬਿਲਕੁਲ ਚੌਕਸ ਕੀਤਾ ਇਹ ਨਹੀਂ ਹੈਗਾ ਵੀ ਉਹ ਇੱਧਰ ਦੇਖ ਰਿਹਾ ਜਾਂ ਇੱਧਰ ਦੇਖ ਰਿਹਾ ਦੀ ਏਅਰ ਗੋਜ਼ ਬਾਈ ਅ ਵਿੰਡ ਹਵਾ ਬਹੁਤ ਤੇਜ਼ ਚੱਲ ਰਹੀ ਸੀਗੀ ਅਤੇ ਹਵਾ ਉਹਨੂੰ ਛੂਹ ਰਹੀ ਸੀਗੀ ਸਵਿਫਟ ਐਂਡ ਯੈਟ ਮੋਰ ਸਵਿਫਟ ਜੋ ਹਵਾ ਸੀਗੀ ਉਹ ਬਹੁਤ ਤੇਜ਼ ਹੁੰਦੀ ਜਾਂਦੀ ਹੈ ਜਿਵੇਂ ਸਾਈਕਲ ਬਹੁਤ ਤੇਜ਼ ਚੱਲ ਰਿਹਾ ਸੀ ਟਿਲ ਦੀ ਹਰਟ ਵਿਦ ਦਾ ਮਾਈਟੀ ਲਿਫਟ ਪੋਇਟ ਦਾ ਦਿਲ ਬੜੀ ਖੁਸ਼ੀ ਦੇ ਨਾਲ ਕੀ ਹੈ ਭਰ ਜਾਂਦਾ ਹੈ ਮੇਕਸ ਦੀ ਲੰਗਸ ਲਾਫ ਐਂਡ ਥਰੋਟ ਕਰਾਈ ਕਵੀ ਦੇ ਜੋ ਫੇਫੜੇ ਸੀਗੇ ਉਹ ਖੁਸ਼ੀ ਦੇ ਨਾਲ ਭਰ ਜਾਂਦੇ ਨੇ ਅਤੇ ਗਲੇ ਦੇ ਵਿੱਚੋਂ ਚੀਕਾਂ ਨਿਕਲਦੀਆਂ ਨੇ ਉਹ ਵਰਡ ਸੀ ਵਰਡ ਆਈ ਫਲਾਈ ਉਹ ਪੰਛੀ ਦੇਖ ਤੂੰ ਮੈਂ ਵੀ ਤੇਰੀ ਤਰ੍ਹਾਂ ਉੱਡ ਸਕਦਾ ਹਾਂ ਥਰਡ ਪੈਸੇਜ ਕੀ ਹੈ ਬੱਚੇ ਇਹ ਦਿਸ ਯੂਅਰ ਜੋਏ ਕੀ ਤੁਹਾਡੀ ਖੁਸ਼ੀ ਹੈ ਉਹ ਬਰਡ ਦੈਨ ਆਈ ਥੋਟ ਅ ਵਾਈ ਉਹ ਪੰਛੀ ਮੈਂ ਸੋਚਿਆ ਕਿ ਮੈਂ ਇੱਕ ਲੜਕਾ ਹਾਂ ਫਾਰ ਅ ਗੋਲਡਨ ਮੂਮੈਂਟ ਸ਼ੇਅਰ
ਮੈਂ ਤੇਰੇ ਨਾਲ ਆਪਣਾ ਗੋਲਡ ਮੂਮੈਂਟ ਸ਼ੇਅਰ ਕਰ ਰਿਹਾ। ਯੂਅਰ ਫਿਦਰੀ ਲਾਈਫ ਇਨ ਏਅਰ, ਜੋ ਤੇਰੀ ਖੰਭਾਂ ਵਾਲੀ ਜ਼ਿੰਦਗੀ ਹਵਾ ਦੇ ਵਿੱਚ ਹੈ ਨਾ, ਮੈਂ ਵੀ ਤੇਰੇ ਨਾਲ ਉਹੀ ਸ਼ੇਅਰ ਕਰ ਰਿਹਾ। ਹਾਂਜੀ ਬੱਚੇ, ਨੈਕਸਟ ਪੈਸੇਜ 13 to 16 ਲਾਈਨ। ਸੇ ਹਾਰਟ ਇਜ਼ ਦੇਅਰ ਆਊਟ ਲਾਈਕ ਦਿਸ, ਆਊਟ ਹੈ ਹੋ ਸਕਦੀ ਹੈ, ਇਨ ਅ ਵਰਲਡ ਦੈਟ ਇਜ਼ ਫੁੱਲ ਆਫ ਬਲਿਸ, ਇਹ ਪੂਰਾ ਸੰਸਾਰ ਆਨੰਦ ਲੈ ਰਿਹਾ ਹੋਵੇ, ਇਹ ਵੀ ਗੱਲ ਹੋ ਸਕਦੀ ਹੈ। ਐਂਡ ਦਿਸ ਮੋਰ ਦੈਨ ਸਕੇਟਿੰਗ ਬਾਉਂਡ, ਸਕੇਟਿੰਗ ਬੇਟੇ ਜੋ ਟਾਇਰ ਰੇਸ ਹੁੰਦੀ ਹੈ, ਸਕੇਟਿੰਗ ਆਪਾਂ ਬਰਫ਼ 'ਤੇ ਚੱਲਦੇ ਹਾਂ। ਸਟੀਲ ਸ਼ਾਟ ਟੂ ਦੀ ਲੈਵਲ ਗਰਾਊਂਡ, ਸ਼ਾਟ ਕੀ ਹੁੰਦੇ ਬੇਟੇ, ਖੁਰੀਆਂ, ਜਿਵੇਂ ਘੋੜੇ ਦੇ ਪੈਰਾਂ ਦੇ ਨੀਚੇ ਖੁਰੀਆਂ ਲੱਗੀਆਂ ਹੁੰਦੀਆਂ ਨੇ, ਦੈਟ ਇਟ ਮੀਨਸ ਕਵੀ ਆਪਣੇ ਦਿਲ ਤੋਂ ਪੁੱਛਦਾ ਹੈ, ਸੰਸਾਰ ਦੇ ਵਿੱਚ ਬਹੁਤ ਖੁਸ਼ੀਆਂ ਨੇ, ਬਹੁਤ ਆਨੰਦ ਹੈ, ਪਰਮ ਖੁਸ਼ੀ ਨਾਲ ਸੰਸਾਰ ਭਰਿਆ ਪਿਆ। ਅਤੇ ਉਹ ਆਪਣੇ ਸਾਈਕਲ ਤੋਂ ਜਦੋਂ ਪੈਰ ਚੁੱਕਦੇ ਨਾ, ਉਹਨੂੰ ਐਵੇਂ ਫੀਲ ਹੁੰਦਾ, ਉਹ ਤੋਂ ਵੀ ਜ਼ਿਆਦਾ ਫੀਲ ਹੁੰਦਾ ਜਦੋਂ ਅਸੀਂ ਸਕੇਟਿੰਗ ਕਰਦੇ, ਉਹਨਾਂ ਇੰਜੋਏ ਕਰਦੇ ਹਾਂ। ਅਤੇ ਉਹਨੂੰ ਐਵੇਂ ਲੱਗ ਰਿਹਾ ਜਿਸ ਤਰ੍ਹਾਂ ਸਟੀਲ ਦੀਆਂ ਉਹਦੇ ਪੈਰਾਂ ਦੇ ਨੀਚੇ ਖੁਰੀਆਂ ਲੱਗੀਆਂ ਹੋਣ, ਅਰਥਾਤ ਇਟ ਮੀਨਸ ਉਹ ਆਪਣੇ ਆਪ ਨੂੰ ਹਵਾ ਦੇ ਵਿੱਚ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀਗਾ ਜਦੋਂ ਉਹ ਗਰਾਊਂਡ ਲੈਵਲ 'ਤੇ ਜਾ ਰਿਹਾ ਸੀ, ਮਤਲਬ ਇਹ ਹੇਠਾਂ ਨੂੰ ਉਤਰ ਰਿਹਾ ਸੀ। ਜਿੰਨਾ ਚੜ੍ਹਨਾ ਉਹਨੂੰ ਔਖਾ ਲੱਗ ਰਿਹਾ ਸੀ ਨਾ, ਓਨਾ ਉਸਨੂੰ ਉਤਰਨਾ ਬਹੁਤ ਸੌਖਾ ਲੱਗ ਰਿਹਾ ਸੀ। ਹਾਂਜੀ, 5th ਪੈਸੇਜ ਬੇਟਾ। ਸਪੀਡ ਸਲੈਕਨਸ, ਸਲੈਕਨਸ ਹੁੰਦੇ ਬੇਟੇ ਹੌਲੀ ਹੋ ਗਈ, ਨਾਓ ਹੁਣ। ਆਈ ਫਲੋਟ, ਫਲੋਟ ਹੁੰਦਾ ਤੈਰਨਾ। ਆ ਬਾਈਲ ਇਨ ਮਾਈ ਏਅਰੀ ਬੋਟ, ਏਅਰੀ ਬੋਟ ਕਿਹੜੀ ਸੀ, ਜਿਹੜੀ ਹਵਾ ਦੇ ਵਿੱਚ ਆਪਣੇ ਆਪ ਨੂੰ ਕਿਸ਼ਤੀ ਬਣਾ ਕੇ ਉੱਡ ਰਿਹਾ ਸੀ। ਟਿਲ ਵੈਨ ਦੀ ਬੀਲਸ ਐਂਡ ਸਕੇਅਰ ਕਰੈਵਲ, ਕਰੈਵਲ ਜਿਵੇਂ ਸੱਪ ਨਹੀਂ ਕਰੈਵਲਿੰਗ ਕਰਦਾ, ਉਹਨੂੰ ਕਰੈਵਲ ਬੋਲਦੇ ਆ ਬੇਟੇ। ਮਾਈ ਫੀਟ ਟੂ ਦੀ ਟ੍ਰੈਡਲਸ ਫਾਲ, ਇਟ ਮੀਨਸ ਇਜ਼ ਦੈਟ ਕਵੀ ਪਹਾੜੀ ਤੋਂ ਹੇਠਾਂ ਨੂੰ ਉਤਰ ਕੇ ਨੀਚੇ ਪਹੁੰਚ ਜਾਂਦਾ। ਸਾਈਕਲ ਦੀ ਜੋ ਰਫਤਾਰ ਸੀ ਉਹ ਸਲੈਕਨ ਮਤਲਬ ਘੱਟ ਹੋ ਜਾਂਦੀ ਹੈ, ਅਤੇ ਥੋੜ੍ਹੀ ਦੇਰ ਦੇ ਵਿੱਚ ਉਹ ਆਪਣੇ ਆਪ ਨੂੰ ਕੀ ਕਰ ਰਿਹਾ ਸੀ, ਜਿਵੇਂ ਹਵਾ ਦੀ ਕਿਸ਼ਤੀ ਦੇ ਵਿੱਚ ਫਲੋਟ ਕਰ ਰਿਹਾ ਹੋਵੇ, ਤੈਰ ਰਿਹਾ ਹੋਵੇ। ਅੰਤ ਉਸਦੀ ਸਾਈਕਲ ਦੇ ਪਹੀਏ ਅੱਗੇ ਨੂੰ ਮਤਲਬ ਘੱਟ ਚੱਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਕਵੀ ਦੇ ਪੈਰ ਸਾਈਕਲਾਂ ਦੇ ਪੈਂਡਲਾਂ ਉੱਤੇ ਦੁਬਾਰਾ ਫਿਰ ਆ ਜਾਂਦੇ ਨੇ, ਕਿਉਂਕਿ ਉਦੋਂ ਉਸਨੂੰ ਪੈਂਡਲ ਮਾਰਨ ਦੀ ਲੋੜ ਨਹੀਂ ਸੀ ਨਾ ਪੈ ਰਹੀ, ਜਦੋਂ ਉਹ ਆਪਣੇ ਆਪ ਰੇਸ ਲੱਗ ਰਹੀ ਸੀਗੀ। ਜਦੋਂ ਸਾਈਕਲ ਆ ਕੇ ਰੁਕ ਜਾਂਦਾ ਤਾਂ ਉਸਦੇ ਇਟ ਮੀਨਸ ਕਵੀ ਦੇ ਪੈਰ ਸਾਈਕਲ ਦੇ ਉੱਤੇ ਆ ਕੇ ਰੁਕ ਜਾਂਦੇ ਨੇ, ਪੈਂਡਲਾਂ ਦੇ ਉੱਤੇ ਆ ਕੇ ਰੁਕ ਜਾਂਦੇ ਨੇ। ਲਾਸਟ ਪੈਸੇਜ ਕੀ ਹੈ ਸਟੂਡੈਂਟ। ਅਲਾਸ ਦੈਟ ਦੀ ਲੌਂਗੈਸਟ ਹਿਲ, ਕਾਸ਼ ਅਫਸੋਸ ਇਹ ਪਹਾੜੀ ਇੰਨੀ ਲੰਬੀ ਹੁੰਦੀ, ਮਸਟ ਐਂਡ ਇਨ ਅ ਬੇਲ ਵਟ ਸਟਿਲ, ਕਿ ਇੱਕ ਘਾਟੀ ਦੀ ਤਰ੍ਹਾਂ ਹੁੰਦੀ। ਹੂ ਕਲਿਮਸ ਵਿਦ ਟੋਇਲ ਐਂਡ ਵੇਅਰ ਸੋ ਈਵਰ ਸ਼ੈਲ ਫਾਈਂਡ ਵਿੰਗਸ ਬੀਟਿੰਗ ਦੇਅਰ, ਵਿੰਗਸ ਕੀ ਹੁੰਦੇ ਨੇ ਬੱਚੇ, ਖੰਭ। ਕਲਿੰਬ ਕੀ ਹੁੰਦੇ, ਚੜ੍ਹਨਾ। ਬੇਲ ਕੀ ਹੁੰਦੀ ਹੈ, ਘਾਟੀ। ਅਲਾਸ ਕੀ ਹੁੰਦੇ, ਅਫਸੋਸ। ਨੀਚੇ ਆ ਕੇ ਕਵੀ ਨੂੰ ਬਹੁਤ ਅਫਸੋਸ ਲੱਗਦਾ ਹੈ, ਕਿਉਂਕਿ ਉਸਨੂੰ ਜਦੋਂ ਉਹ ਨੀਚੇ ਨੂੰ ਉਤਰ ਰਿਹਾ ਸੀ ਪਹਾੜੀ ਤੋਂ ਤਾਂ ਬੜਾ ਇੰਜੋਏ ਆ ਰਿਹਾ ਸੀ। ਜਦੋਂ ਗਰਾਊਂਡ ਦੇ ਉੱਤੇ ਆ ਜਾਂਦਾ ਉਹਦਾ ਆਪਣੇ ਆਪ ਚੱਲਣਾ ਬੰਦ ਹੋ ਜਾਂਦਾ। ਪੋਇਟ ਦੇ ਜੋ ਪੈਰ ਨੇ ਪੈਂਡਲਾਂ ਦੇ ਉੱਤੇ ਆ ਜਾਂਦੇ ਨੇ, ਸਾਈਕਲ ਆਪਣੇ ਆਪ ਚੱਲ ਨਹੀਂ ਰਿਹਾ, ਤਾਂ ਉਹ ਕੀ ਸੋਚਦਾ ਹੈ, ਕਾਸ਼ ਇਹ ਪਹਾੜੀ ਇੰਨੀ ਲੰਬੀ ਹੁੰਦੀ ਕਿ ਇਹਦਾ ਐਂਡ ਹੀ ਨਾ ਹੁੰਦਾ। ਠੀਕ, ਫਿਰ ਜਿਹੜਾ ਆਦਮੀ ਮਿਹਨਤ ਕਰਕੇ ਪਹਾੜੀ ਦੇ ਉੱਪਰ ਚੜ੍ਹਿਆ ਉਸਨੇ ਨੀਚੇ ਤਾਂ ਉਤਰਨਾ ਹੀ ਸੀ, ਉਹ ਵੇਖੇਗਾ ਕਿ ਉਸਦੇ ਖੰਭ ਇੰਤਜ਼ਾਰ ਕਰ ਰਹੇ ਹੋਣਗੇ। ਅਰਥਾਤ ਕੇਵਲ ਮਿਹਨਤ ਕਰਨ ਤੋਂ ਬਾਅਦ ਹੀ ਮਨੁੱਖ ਆਪਣੀ ਸਫਲਤਾ ਰੂਪੀ ਜੋ ਉਡਾਨ ਹੈ ਉਹਨੂੰ ਪ੍ਰਾਪਤ ਕਰ ਸਕਦਾ ਹੈ। ਇਟ ਮੀਨਸ ਇਹ ਸਾਡੀ ਲਾਈਫ ਦੇ ਉੱਤੇ ਢੁਕਵੀਂ ਹੈ ਬੇਟੇ। ਜੇ ਹੁਣ ਅਸੀਂ ਮਿਹਨਤ ਕਰਾਂਗੇ ਤਾਂ ਆਪਣੀ ਲਾਈਫ ਦੇ ਵਿੱਚ ਸਕਸੈਸ ਜ਼ਰੂਰ ਪ੍ਰਾਪਤ ਕਰਾਂਗੇ। ਨਾਓ ਵੀ ਆਰ ਰੀਡਿੰਗ ਦੀ ਸਮਰੀ ਆਫ ਦੀ ਪੋਇਮ। ਹਾਂਜੀ ਸਟੂਡੈਂਟ, ਪੇਜ ਨੰਬਰ 176। ਵਾਟ ਇਜ਼ ਦੀ ਸਮਰੀ ਆਫ ਦੀ ਪੋਇਮ? Summary of the poem is that you can open your books when you read the summary. Same thing होगी student. In this poem, the poet describes one of his boyhood experience. Poet ਇਸ ਦੇ ਵਿੱਚ ਆਪਣਾ ਬਚਪਨ ਦਾ, ਆਪਣੇ ਲੜਕਪਨ ਦਾ
एक्सपीरियंस शेयर कर रहा है, डिस्क्राइब कर रहा है। ही टेल्स हाउ ही वंस फेल्ट वैन ही वेंट डाउन हिल ऑन अ बाईसाइकिल। कवि सानू उस चीज़ बारे दस रहे हैं ਜਦੋਂ ਉਹ ਲੜਕਾ ਸੀਗਾ, ਮੁੰਡਾ ਸੀਗਾ, ਜਦੋਂ ਪਹਾੜੀ ਦੇ ਉੱਤੇ ਉਹ ਨੀਚੇ ਉਤਰਿਆ ਸੀ, ਉਸ ਚੀਜ਼ ਨੂੰ ਦੱਸ ਰਿਹਾ ਹੈ। ਹੀ ਹੈਡ ਨਾਟ ਟੂ ਪੈਂਡਲ ਇਟ ਆਲ, ਉਸਨੂੰ ਸਾਰੇ ਰਸਤੇ ਦੇ ਵਿੱਚ ਪੈਂਡਲ ਹੀ ਨਹੀਂ ਮਾਰਨੇ ਪਏ ਸੀਗੇ। ਹੀ ਲਿਫਟਡ ਹੀਜ਼ ਫੀਟ ਆਫ ਦੀ ਪੈਂਡਲਸ, ਉਸਨੇ ਆਪਣੇ ਪੈਰ ਪੈਂਡਲਾਂ ਤੋਂ ਚੁੱਕੇ ਹੋਏ ਸੀ, ਕਿਉਂਕਿ ਨੀਵੀਂ ਨੂੰ ਸੀ ਬੇਟੇ। ਜਦੋਂ ਆਪਾਂ ਚੜ੍ਹਦੇ ਹਾਂ, ਚੜ੍ਹਨਾ ਬਹੁਤ ਔਖਾ ਹੁੰਦਾ, ਜਦੋਂ ਆਪਾਂ ਉਤਰਦੇ ਹਾਂ ਤਾਂ ਆਪਣੇ ਆਪ ਸਪੀਡ ਬਣ ਜਾਂਦੀ ਹੈ, ਕਿਉਂਕਿ ਆਪਾਂ ਹੇਠਾਂ ਨੂੰ ਆ ਰਹੇ ਹੁੰਦੇ ਹਾਂ। ਹੀ ਹੈਜ਼ ਸਿੰਪਲੀ ਟੂ ਬੈਲੈਂਸ ਹਿਮਸੈਲਫ ਔਨ ਦੀ ਬਾਈਸਾਈਕਲ, ਉਸਨੇ ਆਪਣਾ ਸਿੰਪਲੀ ਬੈਲੈਂਸ ਬਣਾਇਆ ਹੋਇਆ ਸੀਗਾ। ਐਂਡ ਹੀ ਬੈਂਟ ਡਾਊਨ ਦੀ ਹਿਲ ਲਾਈਕ ਅ ਡਰਟ, ਉਹ ਇੱਕ ਪੰਛੀ ਦੀ ਤਰ੍ਹਾਂ ਹੇਠਾਂ ਨੂੰ ਆ ਰਿਹਾ ਸੀ। ਹੀ ਹੈਡ ਨਾਟ ਟੂ ਐਕਸਰਟ ਫਿਜ਼ੀਕਲੀ, ਉਹ ਆਪਣਾ ਫਿਜ਼ੀਕਲੀ ਬਿਲਕੁਲ ਵੀ ਜ਼ੋਰ ਨਹੀਂ ਸੀ ਲਗਾ ਰਿਹਾ। ਹਾਊਐਵਰ ਹਿਜ਼ ਮਾਈਂਡ ਵਾਸ ਆਲ ਦੀ ਟਾਈਮ ਵਾਚਫੁਲ, ਜੋ ਉਹਦਾ ਮਾਈਂਡ ਸੀ, ਜੋ ਉਹਦੀ ਕੌਨਸੈਂਟਰੇਸ਼ਨ ਸੀ ਮਾਈਂਡ ਦੀ, ਉਹ ਪੂਰੀ ਤਰ੍ਹਾਂ ਚੌਕਸ ਸੀ, ਚੁਕੰਨਾ ਸੀ, ਕਿਉਂਕਿ ਜੇ ਉਹ ਚੁਕੰਨਾ ਨਾ ਹੁੰਦਾ ਤਾਂ ਉਹ ਇੱਧਰ ਉੱਧਰ ਡਿੱਗ ਸਕਦਾ ਸੀ। ਇਸ ਕਰਕੇ ਉਹਦਾ ਦਿਮਾਗ ਬਿਲਕੁਲ ਜਿੱਥੇ ਨੂੰ ਰੇਸ ਲਗਾ ਰਿਹਾ ਸੀ, ਸਿੱਧਾ ਆ ਰਿਹਾ ਸੀ ਨਾ, ਚੌਕਸ ਸੀ, ਅਲਰਟ ਸੀ। ਦੀ ਸਪੀਡ ਆਫ ਦੀ ਸਾਈਕਲ ਬੀਕਮ ਮੋਰ ਐਂਡ ਮੋਰ ਸਵਿਫਟ, ਜੋ ਸਾਈਕਲ ਦੀ ਸਪੀਡ ਸੀ ਉਹ ਬਹੁਤ ਬਹੁਤ ਤੇਜ਼ ਹੁੰਦੀ ਜਾਂਦੀ ਹੈ। ਦੀ ਪੋਇਟਸ ਹਾਰਟ ਲਿਫਟ ਅਪ ਵਿਥ ਜੋਏ, ਜੋ ਪੋਇਟ ਦਾ ਦਿਲ ਹੁੰਦਾ ਖੁਸ਼ੀ ਦੇ ਨਾਲ ਭਰ ਜਾਂਦਾ। ਹੀ ਗਿਵ ਆਊਟ ਕਰਾਈਜ਼ ਆਫ ਜੋਏ, ਖੁਸ਼ੀ ਦੇ ਵਿੱਚ ਚੀਕਾਂ ਮਾਰਦਾ। ਐਂਡ ਹੀ ਫੈਲਟ ਐਸ ਇਫ ਹੀ ਵਰ ਫਲਾਈਂਗ ਲਾਈਕ ਅ ਬਰਡ, ਉਹ ਆਪਣੇ ਆਪ ਨੂੰ ਐਵੇਂ ਫੀਲ ਕਰਦਾ ਜਿਵੇਂ ਇੱਕ ਪੰਛੀ ਹੋਵੇ। ਐਂਡ ਇਟ ਵਾਜ਼ ਅ ਮੂਮੈਂਟ ਆਫ ਬਲਿਸ, ਬੜੇ ਆਨੰਦ ਦਾ ਮੂਮੈਂਟ ਸੀ ਇਹ। ਇਟ ਵਾਜ਼ ਅ ਬੈਟਰ ਦੈਨ ਦੀ ਜੋਏ ਆਫ ਸਕੇਟਿੰਗ ਇਵਨ, ਉਸ ਨੂੰ ਇਹ ਇੰਜੋਏ ਸਕੇਟਿੰਗ ਦੇ ਨਾਲੋਂ ਵੀ ਜ਼ਿਆਦਾ ਆ ਰਿਹਾ ਸੀ। ਦੀ ਸਪੀਡ ਆਫ ਦੀ ਸਾਈਕਲ ਸਲੈਕਨਡ, ਸਲੈਕਨਡ ਕੀ ਸੀ ਬੱਚੇ? ਸਲੋ ਹੋਣਾ। ਜੋ ਸਾਈਕਲ ਦੀ ਸਪੀਡ ਸੀ ਉਹ ਸਲੋ ਹੋ ਜਾਂਦੀ ਹੈ। ਵੈਨ ਇਟ ਰੀਚਡ ਦੀ ਫੁੱਟ ਆਫ ਦੀ ਹਿਲ, ਜਦੋਂ ਉਹਦੇ ਪੈਰ ਬਿਲਕੁਲ ਪਹਾੜੀ 'ਤੇ ਨੀਚੇ ਆ ਜਾਂਦੇ ਨੇ। ਇਟ ਲਾਸਟ ਦੀ ਵੀਲਸ ਕੁਡ ਹਾਰਡਲੀ ਕਰੈਬਲ, ਕਰੈਬਲਿੰਗ ਮਤਲਬ ਜੋ ਸਾਈਕਲ ਦੀ ਵੀਲ ਸੀਗੀ ਅੱਗੇ ਨੂੰ ਨਹੀਂ ਸੀ ਚੱਲ ਰਹੇ, ਕਰੈਬਲਿੰਗ ਨਹੀਂ ਕਰ ਰਹੇ ਸੀ। ਜਿਵੇਂ ਜੋ ਚੀਜ਼ਾਂ ਆਪਣੇ ਪੇਟ ਦੇ ਸਹਾਰੇ ਚੱਲਦੀਆਂ ਨੇ ਬੇਟੀ, ਜਿਵੇਂ ਸਨੇਕ ਵੀ ਕਹਿੰਦੇ, ਠੀਕ ਹੈ, ਹੋਰ ਵੀ ਕੁਛ ਐਨੀਮਲਸ ਬਰਡ ਹੋਣਗੇ, ਐਨੀਮਲਸ ਹੋਣਗੇ। ਦੀ ਪੋਇਟ ਹੈਡ ਟੂ ਬਰਿੰਗ ਬੈਕ ਹਿਜ਼ ਫੀਟ ਟੂ ਦੀ ਪੈਡਲਸ ਆਫਟਰ ਦਿਸ ਵੈਨ ਹੀ ਕੇਮ ਟੂ ਦੀ ਗਰਾਊਂਡ, ਜਦੋਂ ਗਰਾਊਂਡ 'ਤੇ ਆ ਜਾਂਦਾ ਤਾਂ ਪੋਇਟ ਦੇ ਪੈਰ ਆਪਣੇ ਕਿੱਥੇ ਆ ਜਾਂਦੇ? ਪੈਡਲਸ ਦੇ ਉੱਤੇ ਆ ਜਾਂਦੇ ਆ, ਜੋ ਸਾਈਕਲ ਦੇ ਪੈਂਡਲ ਹੁੰਦੇ ਨੇ। ਦੀ ਪੋਇਟ ਵਾਜ਼ ਸੈਡ ਵੈਨ ਹਿਜ਼ ਏਅਰੀ ਫਲਾਈਟ ਕੇਮ ਟੂ ਐਨ ਐਂਡ, ਪੋਇਟ ਨੀਚੇ ਆ ਕੇ ਸੈਡ ਹੋ ਜਾਂਦਾ ਕਿਉਂਕਿ ਜਿਹੜੀ ਉਹਦੀ ਹਵਾ ਵਾਲੀ ਫਲਾਈਟ ਸੀ ਉਹਦਾ ਐਂਡ ਹੋ ਜਾਂਦਾ। ਬਟ ਹੀ ਲਰਨਸ ਅ ਲੈਸਨ, ਇੱਕ ਸਿੱਖਿਆ ਲੈਂਦਾ। ਕਿਹੜੀ ਸਿੱਖਿਆ ਸਟੂਡੈਂਟ? ਕਿਹੜੀ ਸਿੱਖਿਆ? ਕਿ ਸਾਨੂੰ ਹਾਰਡ ਵਰਕ ਕਰਨੀ ਚਾਹੀਦੀ ਹੈ। ਹੀ ਰਿਅਲਾਈਜ਼ਡ ਦੈਟ ਈਵਨ ਦੀ ਲੌਂਗੈਸਟ ਹਿਲ ਮਸਟ ਐਂਡ ਇਨ ਅ ਵੈਲੀ, ਇਟ ਮੀਨਸ ਜੋ ਇੰਨੀ ਲੰਬੀ ਪਹਾੜੀ ਸੀ ਉਹਦਾ ਵੀ ਐਂਡ ਹੋ ਗਿਆ ਇੱਕ ਵੈਲੀ ਨਾਲ, ਇੱਕ ਘਾਟੀ ਨਾਲ। ਓਨਲੀ ਹੀ ਹੂ ਟੋਇਲਸ ਅਪ ਹਿਲ, ਜੋ ਉੱਪਰ ਜਾਣ ਦੇ ਵਿੱਚ ਮਿਹਨਤ ਕਰਦੇ ਨੇ। ਟੋਇਲ ਕੀ ਹੁੰਦਾ? ਹਾਰਡ ਵਰਕ, ਹਾਰਡ ਲੇਬਰ ਬੇਟਾ। ਐਂਡ ਕੈਨ ਇੰਜੋਏ ਦੀ ਥ੍ਰਿਲ ਆਫ ਡਾਊਨ ਹਿਲ ਰਾਈਡ, ਜੋ ਉੱਪਰ ਜਾਣ 'ਚ ਮਿਹਨਤ ਕਰਦੇ ਨੇ ਉਹ ਨੀਚੇ ਆਉਣ ਦੇ ਵਿੱਚ ਓਨਾ ਹੀ ਥ੍ਰਿਲ ਮਤਲਬ ਰੋਮਾਂਚਿਤ ਖੁਸ਼ੀ ਇੰਜੋਏ ਕਰ ਸਕਦੇ ਨੇ। ਹਾਂਜੀ ਬੇਟਾ, ਇਹ ਤੁਹਾਡੀ ਸਮਰੀ ਸੀ। ਸਮਰੀ ਕਿਹਦੀ ਸੀ? ਜੋ ਆਪਾਂ ਨੇ ਪੋਇਮ ਰੀਡ ਕੀਤੀ ਹੈ ਸਟੰਜੇ ਟਾਈਪ, ਉਹ ਇਹ ਲਾਈਨਾਂ ਹੀ ਸੀਗੀਆਂ। ਨਾਓ ਵੀ ਆਰ ਰੀਡਿੰਗ ਦੀ ਸੈਂਟਰ ਏਰੀਆ। ਤੁਸੀਂ ਇਸ ਚੈਪਟਰ ਦਾ ਕੀ ਕਰੋਗੇ ਸਟੂਡੈਂਟ? ਓਨਲੀ ਸੈਂਟਰ ਏਰੀਆ ਐਂਡ ਐਕਸਪਲੇਨੇਸ਼ਨ ਅਤੇ ਕੰਟੈਸਟ ਕਿਹਦੇ ਕਰੋਗੇ? ਸਟੰਜਿਆਂ ਦੇ। ਜੋ ਸਟੰਜਿਸ ਹੋਣਗੇ ਉਹਨਾਂ ਦੇ ਕੰਟੈਸਟ ਲਰਨ ਕਰੋਗੇ ਅਤੇ ਐਕਸਪਲੇਨੇਸ਼ਨ ਕਰੋਗੇ। ਹਾਂਜੀ, ਸੈਂਟਰ ਏਰੀਆ ਦੀ ਪੋਇਮ ਬ੍ਰਿੰਗਸ ਆਊਟ ਦੀ ਵੈਲੂ ਆਫ ਹਾਰਡ ਵਰਕ, ਪੋਇਟ ਨੇ ਸਾਨੂੰ ਹਾਰਡ ਵਰਕ ਦੀ ਵੈਲੂ ਦੱਸੀ ਹੈ। ਹੀ ਕੈਨ ਡਰਾਈਵ ਦੀ ਜੋਏ ਆਫ ਲਾਈਫ, ਅਸੀਂ ਜ਼ਿੰਦਗੀ ਨੂੰ ਅੱਛੇ ਤਰੀਕੇ ਨਾਲ ਡਰਾਈਵ ਕਰ ਸਕਦੇ ਹਾਂ। ਓਨਲੀ ਇਫ ਵੀ ਵਰਕ ਹਾਰਡ, ਜੇ ਅਸੀਂ ਮਿਹਨਤ ਕਰਦੇ ਹਾਂ। ਦੀ ਫਰੂਟ ਆਫ ਸਕਸੈਸ ਕੈਨ ਬੀ ਰੀਪਡ ਓਨਲੀ ਆਫਟਰ ਹਾਰਡ ਲੇਬਰ, ਜੋ ਸਾਡੀ ਮਿਹਨਤ ਦਾ ਫਲ ਹੈ ਉਹ ਸਾਡੇ ਹਾਰਡ ਲੇਬਰ ਦੇ ਨਾਲ ਹੀ ਪੱਕਦਾ ਹੈ। ਵੀ ਕੈਨ ਇੰਜੋਏ ਦੀ ਪਲੇਜ਼ਰ ਆਫ ਅ ਡਾਊਨ ਹਿਲ ਰਾਈਡ ਓਨਲੀ,
ਆਫਟਰ ਵੀ ਹੈਵ ਟੋਇਲਡ ਅਪ ਹਿਲ, ਜਦੋਂ ਅਸੀਂ ਅਪ ਹਿਲ ਉੱਪਰ ਜਾਣ ਦੇ ਵਿੱਚ ਬਹੁਤ ਮਿਹਨਤ ਕਰਦੇ ਹਾਂ ਤਾਂ ਨੀਚੇ ਆਉਣ ਦੇ ਵਿੱਚ ਅਸੀਂ ਕੈਨ ਇੰਜੋਏ ਐਂਡ ਪਲੇਜ਼ਰ, ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਬਟ ਈਵਨ ਵਾਈਲ ਇੰਜੋਇੰਗ ਦੀ ਫਰੂਟ ਆਫ ਆਵਰ ਲੇਬਰ, ਜਦੋਂ ਅਸੀਂ ਸਾਡੀ ਲੇਬਰ ਦਾ ਫਲ ਪੱਕ ਜਾਂਦਾ ਹੈ, ਇੰਜੋਏ ਕਰਦੇ ਹਾਂ, ਵੀ ਮਸਟ ਵੀ ਵਾਚਫੁਲ, ਤਾਂ ਸਾਨੂੰ ਪੱਕਾ ਵਾਚਫੁਲ ਮਤਲਬ ਚੁਕੰਨਾ ਜਾਂ ਚੌਕਸ ਜਾਂ ਅਲਰਟ ਹੋਣਾ ਚਾਹੀਦਾ ਹੈ। ਓਕੇ ਸਟੂਡੈਂਟ, ਹੁਣ ਤੁਸੀਂ ਸਟੰਜੇ ਕਰੋਗੇ ਆਉਣ ਲਈ। ਸਟੰਜੇ ਕਿਹੜੇ ਕਰੋਗੇ ਤੁਸੀਂ? ਇਸ ਚੀਜ਼ ਦੇ ਸਟੰਜੇ ਆਉਣ ਲਈ ਬੇਟੇ ਜੋ ਮੈਂ ਤੁਹਾਨੂੰ ਟਿਕਸ ਕਰਵਾਉਂਗੀ ਨਾ, ਸਿਰਫ ਉਹ ਹੀ ਪ੍ਰੀਪੇਅਰ ਕਰਨੇ ਹੈ। ਫਸਟ ਕੀ ਹੈ? ਵਿਦ ਲਿਫਟ ਫੀਟ ਹੈਂਡ, ਇਹਨਾਂ ਦੀ ਮੈਂ ਤੁਹਾਨੂੰ ਟ੍ਰਾਂਸਲੇਟ ਬੇਟੇ ਕਰਵਾ ਚੁੱਕੀ ਹਾਂ। with lift feet hands still I am poised down the hill, dirt with heedful mind and the air goes by in a wind। ਕੰਟੈਸਟ ਕੀ ਹੋਊਗਾ ਬੱਚੇ? ਕੰਟੈਸਟ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਕੰਟੈਸਟ ਦੇ ਵਿੱਚ ਆਉਂਦਾ ਕੀ ਹੈ? ਇਹ ਪੋਇਮ ਦਾ ਨੇਮ ਕੀ ਹੈ? ਇਹ ਪੋਇਮ ਕਿਸ ਦੁਆਰਾ ਲਿਖੀ ਗਈ ਹੈ? ਇਹ ਪੋਇਮ ਸਾਨੂੰ ਕੀ ਮੈਸੇਜ ਦਿੰਦੀ ਹੈ? ਕੰਟੈਸਟ ਦੇ ਵਿੱਚ ਇਹ ਚੀਜ਼ ਆਉਂਦੀ ਹੁੰਦੀ ਹੈ। ਓਕੇ, these lines have been taken from the Beeching's poem Going Downhill on a Bicycle। In this poem, the poet records one of his boyhood experience। इस poem ਦੇ ਵਿੱਚ poet ਨੇ ਆਪਣਾ ਬਚਪਨ ਦਾ ਜੋ ਤਜਰਬਾ ਹੈ, ਐਕਸਪੀਰੀਅੰਸ ਹੈ, ਉਹਨੂੰ ਸਾਡੇ ਨਾਲ ਸ਼ੇਅਰ ਕੀਤਾ। ਜੋ ਬੇਟੇ ਇਹਦਾ ਐਕਸਪਲੇਨੇਸ਼ਨ ਹੋਊਗਾ, ਐਕਸਪਲੇਨੇਸ਼ਨ ਕਿਹਦਾ ਹੁੰਦਾ ਹੈ? ਜਿਵੇਂ ਮੈਂ ਤੁਹਾਨੂੰ ਟ੍ਰਾਂਸਲੇਟ ਕੀਤੀ ਸੀਗੀ, ਸਮਰੀ ਵਿੱਚ ਵੀ ਇਹ ਲਾਈਨਾਂ ਆਈਆਂ ਨੇ, ਠੀਕ। ਅਤੇ ਜੋ ਕੰਟੈਸਟ ਹੁੰਦਾ 2 ਮਾਰਕਸ ਦਾ ਹੁੰਦਾ ਮੇ ਬੀ, ਔਰ ਜਿਹੜਾ ਐਕਸਪਲੇਨੇਸ਼ਨ ਹੁੰਦਾ 3 ਮਾਰਕਸ ਦਾ ਹੁੰਦਾ, ਠੀਕ। once the poet went down hill on a bicycle, he had not to pedal at all, he lifted his feet off the pedals, his hands rested on the handlebars, the poet had simply to balance himself on the bicycle। it means poet ਨੇ ਆਪਣੇ ਪੈਰ ਚੁੱਕੇ ਹੋਏ ਨੇ, poet ਦੇ ਹੱਥ ਵੀ ਜੋ ਹੈਂਡਲ ਆਪਣਾ ਫੜਨ ਵਾਲਾ ਹੁੰਦਾ ਆਰਾਮ ਨਾਲ ਉਹਦੇ ਉੱਤੇ ਰੱਖੇ ਹੋਏ ਹੈ, ਅਤੇ ਉਹ ਕੀ ਕਹਿ ਰਹੇ ਹੈ? ਆਪਣਾ ਉਹਨੇ ਬੈਲੈਂਸ ਬਣਾਇਆ ਹੋਇਆ ਹੈ, ਅਤੇ ਉਹ ਪੰਛੀ ਦੀ ਤਰ੍ਹਾਂ ਉੱਡ ਰਿਹਾ ਹੈ। he went flying down the hill like a dart, the air rushed by him giving a pleasant feel, the poet had not to exert himself physically, ਉਹਨੇ ਆਪਣੇ ਆਪ ਦਾ ਫਿਜ਼ੀਕਲੀ ਬਿਲਕੁਲ ਵੀ ਜ਼ੋਰ ਨਹੀਂ ਲੱਗਦਾ। however his mind was all the time watchful, the poet means to say that even while enjoying the fruit of our success we must be alert। ਜਦੋਂ ਸਾਨੂੰ ਸਾਡੀ ਲੇਬਰ ਦਾ ਫਲ ਮਿਲਦਾ ਤਾਂ ਸਾਨੂੰ ਅਲਰਟ ਹੋਣਾ ਚਾਹੀਦਾ ਹੈ। ਇਹ ਸਾਰੀਆਂ ਲਾਈਨਾਂ ਬੱਚੇ ਅਸੀਂ ਕਿਹਦੇ ਵਿੱਚ ਕਰ ਚੁੱਕੇ ਹਾਂ? ਕਿਹਦੇ ਵਿੱਚ ਕਰ ਚੁੱਕੇ ਹਾਂ? ਸਮਰੀ ਦੇ ਵਿੱਚ ਕਰ ਚੁੱਕੇ ਹਾਂ। ਆਫਟਰ ਦਿਸ ਯੂ ਵਿਲ ਡੂ ਦੀ ਸੈਕਿੰਡ ਸਟੰਜਾ ਵੀ ਬੇਟੇ ਸੁਣੀ ਕਰਨੇ, ਫਸਟ ਵੀ ਕਰਨੇ। ਜੋ ਕਰਨੇ ਨੇ ਸਿਰਫ ਮੈਂ ਤੁਹਾਨੂੰ ਉਹੀ ਰੀਡ ਕਰਵਾਉਂਗੀ, ਕਿਉਂਕਿ ਫੁੱਲ ਸਮਰੀ ਅਸੀਂ ਰੀਡ ਕਰ ਚੁੱਕੇ ਹਾਂ। ਸਵਿਫਟ ਐਂਡ ਯੈਟ ਮੋਰ ਸਵਿਫਟ ਟਿਲ ਦੀ ਹਰਟ ਵਿਦ ਦਾ ਮਾਈਟੀ ਲਿਫਟ। ਜਦੋਂ ਸਾਈਕਲ ਨੀਚੇ ਨੂੰ ਆ ਰਿਹਾ ਹੁੰਦਾ ਬਹੁਤ ਤੇਜ਼ ਹੁੰਦਾ ਜਾਂਦਾ ਹੈ, ਅਤੇ ਪੋਇਟ ਦਾ ਹਾਰਟ ਬਿਲਕੁਲ ਖੁਸ਼ੀ ਨਾਲ ਭਰ ਜਾਂਦਾ ਹੈ। ਮੇਕਸ ਦੀ ਲੰਗਸ ਲਾਫ, ਫੇਫੜਿਆਂ ਦੇ ਵਿੱਚੋਂ ਖੁਸ਼ੀ ਨਿਕਲਦੀ ਹੈ, ਹਾਸਾ ਨਿਕਲ ਰਿਹਾ। ਥਰੋਟ ਦੇ ਵਿੱਚੋਂ, ਗਲੇ ਦੇ ਵਿੱਚੋਂ ਚੀਕਾਂ ਨਿਕਲ ਰਹੀਆਂ ਨੇ। ਐਂਡ ਓ ਵਰਡ ਸੀ ਵਰਡ ਆਈ ਫਲਾਈ, ਪੰਛੀ ਨੂੰ ਕਹਿ ਰਿਹਾ ਪੋਇਟ, ਉਹ ਪੰਛੀ ਦੇਖ ਮੈਂ ਵੀ ਤੇਰੀ ਤਰ੍ਹਾਂ ਉੱਡ ਰਿਹਾ ਹਾਂ। ਹਾਂਜੀ ਬੱਚੇ, ਕੰਟੈਸਟ ਸੇਮ ਹੋਊਗਾ। In these lines have been taken from Beeching's poem Going Downhill on a Bicycle। In this poem the poet records one of his boyhood experience। ਹਾਂਜੀ ਸਟੂਡੈਂਟ, ਇਹਦਾ ਕੰਟੈਸਟ ਜੋ ਹੈ ਸੇਮ ਰਹੂਗਾ ਸਾਰੇ ਸਟੰਜਿਸ ਦਾ। ਓਕੇ, ਇਹ ਮੈਂ ਤੁਹਾਨੂੰ ਅੱਗੇ ਰੀਡ ਕਰਵਾ ਦਿੰਦੀ ਹਾਂ। ਫਿਰ ਐਕਸਪਲੇਨੇਸ਼ਨ। once the poet went downhill on a bicycle, ਪੋਇਟ ਆਪਣੇ ਬਾਈਸਾਈਕਲ ਦੇ ਉੱਤੇ ਜਾ ਰਿਹਾ ਹੁੰਦਾ, and he had not to pedal at all, he cycled out down the hill, he became more and more swift ਹੁੰਦਾ ਤੇਜ਼। the thrill of the speed filled the poet's heart with joy। ਜੋ ਉਹਦੀ ਸਪੀਡ ਹੈ ਪੋਇਟ ਦਾ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ। his lungs rang with laughter, ਫੇਫੜਿਆਂ ਦੇ ਵਿੱਚੋਂ ਹਾਸਾ ਨਿਕਲ ਰਿਹਾ।
His throat sent out cries of joy. खुशी ਦੀਆਂ ਚੀਕਾਂ ਨਿਕਲ ਰਹੀਆਂ ਨੇ। The poet felt as if he were flying like a bird. ਐਵੇਂ ਫੀਲ ਕਰ ਰਿਹਾ ਜਿਵੇਂ ਉਹ ਇੱਕ ਪੰਛੀ ਹੋਵੇ। While going downhill, the poet saw a bird flying in the air. ਜਦੋਂ poet downhill ਨੀਚੇ ਨੂੰ ਜਾ ਰਿਹਾ ਸੀ, ਇੱਕ ਪੰਛੀ ਨੂੰ ਦੇਖਦਾ ਹੈ ਅਤੇ ਚੀਕਾਂ ਮਾਰ ਮਾਰ ਕਹਿੰਦਾ, ਉਹ ਪੰਛੀ ਦੇਖ, ਮੈਂ ਵੀ ਤੇਰੀ ਤਰ੍ਹਾਂ ਉੱਡ ਰਿਹਾ ਹਾਂ। He told the bird that he was flying like it. ਮੈਂ ਵੀ ਤੇਰੀ ਤਰ੍ਹਾਂ ਉੱਡ ਰਿਹਾ ਹਾਂ। ਹਾਂਜੀ ਸਟੂਡੈਂਟ, ਥਰਡ ਦੇਖੋ ਬੇਟਾ, ਥਰਡ ਸਟੈਂਜਾ, ਫੋਰਥ ਅਤੇ ਫਿਫਥ ਰਹਿਣ ਦਿਓ, ਕੱਟ ਕਰ ਦਿਓ। ਫੋਰਥ ਐਂਡ ਫਿਫਥ ਕੱਟ ਕਰ ਦਿਓ। ਥਰਡ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ। ਇਜ਼ ਦਿਸ ਯੂਅਰ ਜੋਏ? ਕੀ ਤੁਹਾਡੀ ਖੁਸ਼ੀ ਹੈ? ਉਹ ਵਰਡ ਦੈਨ ਆਈ ਥੋਟ ਅ ਬੋਏ। ਜਦੋਂ ਮੈਂ ਲੜਕਾ ਸੀ ਨਾ, ਮੈਨੇ ਸੋਚਿਆ ਕਿ ਤੈਨੂੰ ਐਵੇਂ ਖੁਸ਼ੀ ਮਿਲਦੀ ਹੈ ਜਿਵੇਂ ਮੈਨੂੰ ਮਿਲ ਰਹੀ ਹੈ। ਫਾਰ ਅ ਗੋਲਡਨ ਮੂਮੈਂਟ ਸ਼ੇਅਰ, ਜੋ ਇੱਕ ਸੁਨਹਿਰੀ ਪਲ ਸੀ ਨਾ, ਉਹਨੂੰ ਪੋਇਟ ਸ਼ੇਅਰ ਕਰਦਾ। ਯੂਅਰ ਫਿਦਰੀ ਲਾਈਫ ਇਨ ਏਅਰ, ਫਿਦਰੀ ਲਾਈਫ ਜੋ ਸਾਡੇ ਖੰਭ ਹੁੰਦੇ ਨੇ, ਹਵਾ ਦੇ ਵਿੱਚ ਉੱਡ ਰਹੇ ਸੀ। ਕੰਟੈਸਟ ਇਹਦਾ ਸੇਮ ਹੈ ਬੇਟਾ। ਵੰਸ ਦੀ ਪੋਇਟ ਵੈਂਟ ਡਾਊਨ ਹਿਲ ਔਨ ਅ ਬਾਈਸਾਈਕਲ, ਹੀ ਹੈਡ ਨਾਟ ਟੂ ਪੈਡਲ ਇਟ ਆਲ। ਸਾਰੇ ਰਸਤੇ ਉਹਨੇ ਆਪਣੀ ਸਾਈਕਲ ਨੂੰ ਪੈਡਲ ਨਹੀਂ ਲਗਾਏ। ਹੀ ਸਾਈਕਲ ਡਾਊਟਰ ਡਾਊਨ ਦੀ ਹਿਲ, ਨੀਚੇ ਹੌਲੀ ਹੌਲੀ ਜਾ ਰਿਹਾ ਸੀ ਸਾਈਕਲ। ਐਂਡ ਹੀ ਫੈਲਟ ਐਸ ਇਫ ਹੀ ਵਰ ਫਲਾਈਂਗ ਲਾਈਕ ਅ ਬਰਡ, ਫੀਲ ਐਵੇਂ ਕਰ ਰਿਹਾ ਪੋਇਟ ਆਪਣੇ ਆਪ ਨੂੰ ਜਿਵੇਂ ਇੱਕ ਪੰਛੀ ਹੋਵੇ। ਵਾਈਲ ਗੋਇੰਗ ਡਾਊਨ ਹਿਲ ਦੀ ਪੋਇਟ ਸਾ ਬਰਡ ਫਲਾਈਂਗ ਇਨ ਦੀ ਏਅਰ, ਜਦੋਂ ਪੋਇਟ ਹੇਠਾਂ ਨੂੰ ਜਾ ਰਿਹਾ ਸੀ ਤਾਂ ਇੱਕ ਪੰਛੀ ਨੂੰ ਦੇਖਦਾ ਹੈ। ਹੀ ਟੋਲਡ ਦੀ ਵਰਡ ਦੈਟ ਥੋਟ ਹੀ ਵਾਸ ਬੋਏ, ਜਦੋਂ ਲੜਕਾ ਸੀ, ਯੈਟ ਹੀ ਵਾਸ ਫਲਾਈਂਗ ਲਾਈਕ ਇਟ, ਮੈਂ ਵੀ ਐਵੇਂ ਉੱਡਿਆ ਕਰਦਾ ਸੀ। ਦਸ ਦੀ ਬਰਡ ਇਜ਼ ਜੋਏ ਵਾਸ ਐਕਸਪੀਰੀਅੰਸ ਬਾਈ ਦੀ ਪੋਇਟਸ ਆਲਸੋ, it was a golden moment of extreme joy for the poet. He shared a bird's feathery life in the air. poet ਦੇ ਨਾਲ ਉਹ ਆਪਣੀ ਜੋ ਹਵਾ ਦੀ ਉਡਾਨ ਹੈ ਉਹਨੂੰ ਸ਼ੇਅਰ ਕਰਦੇ। ਹਾਂਜੀ ਸਟੂਡੈਂਟ, ਇਹ ਤੁਹਾਡਾ ਬੇਟੀ ਪੈਸੇਜ ਸੀਗਾ ਥਰਡ। ਫੋਰਥ ਫਿਫਥ ਕੱਟ ਕਰ ਦਿਓ। ਐਂਡ ਲਾਸਟ ਪੈਸੇਜ ਦੇਖੋ 6, ਅਲਾਸ ਦੈਟ ਦੀ ਲੌਂਗੈਸਟ ਹਿਲ ਮਸਟ ਐਂਡ ਇਨ ਅ ਬੇਲ ਕੀ ਕਿਹਾ ਸੀ ਤੁਹਾਨੂੰ? ਘਾਟੀ, ਗਰਾਊਂਡ। ਬਟ ਸਟਿਲ ਹੂ ਕਲਿਮਸ ਕੀ ਹੁੰਦਾ ਬੇਟੇ? ਕਲਿਮ ਕਰਨਾ, ਚੜ੍ਹਨਾ। ਵਿਦ ਟੋਆਇਲ ਕੀ ਸੀ? ਹਾਰਡ ਲੇਬਰ। ਬੇਅਰ ਸੋ ਈਵਰ, ਜਿੱਥੇ ਵੀ ਕੀਤੀ ਸੀ। ਸ਼ੈਲ ਫਾਈਂਡ ਵਿੰਗਸ ਬੀਟਿੰਗ ਦੇਅਰ, ਵਿੰਗਸ ਕੀ ਸੀ? ਖੰਭ, ਇੰਤਜ਼ਾਰ ਕਰਨਾ। ਹਾਂਜੀ ਬੱਚੇ, ਕੰਟੈਸਟ ਇਹਦਾ ਸੇਮ ਹੋਊਗਾ। ਨੀਚੇ ਲਾਸਟ ਪੈਸੇਜ ਕਿਹਦੇ ਬਾਰੇ ਹੈ? ਜਦੋਂ ਪੋਇਟ ਆਪਣੀ ਉਡਾਨ ਪੂਰੀ ਕਰਕੇ ਗਰਾਊਂਡ ਦੇ ਵਿੱਚ ਆ ਜਾਂਦਾ ਹੈ ਤਾਂ ਪੋਇਟ ਨੂੰ ਅਫਸੋਸ ਹੁੰਦਾ ਹੈ, ਕਾਸ਼ ਘੰਟੇ ਜੋ ਹਿੱਲ ਸੀਗੀ ਇੰਨੀ ਜ਼ਿਆਦਾ ਲੰਬੀ ਹੁੰਦੀ ਕਿ ਉਹਦਾ ਐਂਡ ਹੀ ਨਾ ਹੁੰਦਾ। ਉਦੋਂ ਕੀ ਫੀਲ ਕਰਦਾ? ਥੀਸ ਲਾਈਨਸ ਕੰਟੇਨ ਦੀ ਮੈਸੇਜ ਆਫ ਦੀ ਪੋਇਮ। ਵੰਸ ਦੀ ਪੋਇਟ ਵੈਨ ਡਾਊਨ ਹਿਲ ਔਨ ਅ ਸਾਈਕਲ, ਹੀ ਹੈਡ ਨਾਟ ਟੂ ਪੈਡਲ ਇਟ ਆਲ, ਹੀ ਫੈਲਟ ਲਾਈਕ ਅ ਬਰਡ ਫਲਾਈਂਗ ਇਨ ਦੀ ਏਅਰ, ਜਿਵੇਂ ਆਪਣੇ ਆਪ ਨੂੰ ਐਵੇਂ ਫੀਲ ਕਰਦਾ ਹੈ ਜਿਵੇਂ ਹਵਾ ਵਿੱਚ ਪੰਛੀ ਹੋਵੇ। ਹਾਊਐਵਰ ਦੀ ਪੋਇਟ ਹੈਡ ਟੂ ਸਟਾਰਟ ਦੀ ਪੈਡਲਿੰਗ, ਫਿਰ ਉਹ ਪੈਡਲਿੰਗ ਸਟਾਰਟ ਕਰਦਾ। ਕਦੋਂ? ਵੈਨ ਹੀ ਰੀਚਡ ਦੀ ਫੂਟ ਔਨ ਦੀ ਹਿਲ, ਜਦੋਂ ਪਹਾੜੀ ਤੋਂ ਹੇਠਾਂ ਪਹੁੰਚ ਜਾਂਦਾ। ਹੀ ਬਿਕੇਮ ਸੈਡ ਵੈਨ ਹੀਜ਼ ਏਅਰੀ ਫਲਾਈਟ ਕੇਮ ਟੂ ਐਨ ਐਂਡ, ਜਦੋਂ ਉਹਦੀ ਫਲਾਈਟ ਦਾ ਐਂਡ ਹੋ ਜਾਂਦਾ। ਹਾਊਐਵਰ ਦੀ ਪੋਇਟ ਲਰਨਡ ਅ ਲੈਸਨ, ਹੀ ਰਿਅਲਾਈਜ਼ਡ ਦੈਟ ਈਵਨ ਦੀ ਲੌਂਗੈਸਟ ਹਿਲ ਮਸਟ ਬੀ ਐਂਡ ਇਨ ਅ ਵੈਲੀ। ਪੋਇਟ ਨੇ ਇਹ ਗੱਲ ਮਹਿਸੂਸ ਕਰ ਲਈ ਕਿ ਇਸ ਪਹਾੜੀ ਦਾ ਐਂਡ ਤਾਂ ਹੋਣਾ ਹੀ ਸੀ। ਵੀ ਕੈਨ ਇੰਜੋਏ ਦੀ ਪਲੇਜ਼ਰ ਆਫ ਅ ਡਾਊਨ ਹਿਲ ਰਾਈਡ ਓਨਲੀ ਆਫਟਰ ਵੀ ਟੋਇਲਡ ਅਪ ਹਿਲ, ਜਦੋਂ ਅਸੀਂ ਉੱਪਰ ਜਾਣ ਦੇ ਵਿੱਚ ਮਿਹਨਤ ਕਰਦੇ ਹਾਂ ਤਾਂ ਨੀਚੇ ਆਉਣ 'ਤੇ ਸਾਨੂੰ ਉਨੀ ਹੀ ਖੁਸ਼ੀ ਮਿਲਦੀ ਹੈ। ਦੀ ਫਰੂਟਸ ਆਫ ਸਕਸੈਸ ਕੈਨ ਬੀ ਰੀਪਲੇਸਡ ਓਨਲੀ ਆਫਟਰ ਹਾਰਡ ਲੇਬਰ, ਸਖਤ ਮਿਹਨਤ ਤੋਂ ਬਾਅਦ ਹੀ ਸਾਡੀ ਸਫਲਤਾ ਦਾ ਜੋ ਫਲ ਹੈ ਉਹ ਰੀਪ ਮਤਲਬ ਪੱਕਦਾ ਹੈ। ਓਕੇ ਸਟੂਡੈਂਟ, ਹਾਂਜੀ ਬੇਟਾ, ਟੂਡੇ ਵੀ ਹੈਵ ਡਨ ਦੀ ਸੈਕਿੰਡ ਪੋਇਮ of your poetry book, so learn it properly. After this, on the page number 178, the objective type question.
हु रॉट द पोएम गोइंग डाउन हिल ऑन अ बाईसाइकिल किस द्वारा लिखी गई है? H.C. बीचिंग द्वारा। हु हैड द पोइट नॉट टू पैडलेट द बाईसाइकिल बिकॉज ही वॉज गोइंग डाउन हिल। पोइट के पैर साइकिल के पैंडलों उत्ते क्यों नहीं सी लग रहे? क्योंकि वह पहाड़ी तो हेठां वाला आ रहा सी। हाउ डिड द पोइट फील हिज जर्नी डाउन हिल ऑन अ बाईसाइकिल किमें फील करते जदों पहाड़ी तो हेठां उतर रहे होंगे? ही फैल्ट एज इफ ही वॉज फ्लाइंग लाइक अ बर्ड एक पंछी की तरह फील करते। ही फील्ड लाइक अ बर्ड भी कह सकते हैं। बट हैपन वैन द पोइट रीचड नीयर द फूट ऑन द हिल जदों पोइट के पैर पैडलों ते आ जाते हैं पोइट खुद हिल तो हेठा घाटी ते आ जाते कि मैं फील करते हिज स्पीड सलैकन वो जी स्पीड सी ना आन की वो की है सलैकन मतलब स्लो हो जाती है तो तुम स्लो भी पा सकते हो बेटे। वट इज़ द मैसेज ऑफ द पोएम की मैसेज है? हार्ड वर्क इज़ नसैसरी टू ड्राइव द जॉय ऑफ लाइफ जिंदगी के विच इंजॉय करने लिए की है हार्ड लेबर भी जरूरी है हार्ड वर्क भी जरूरी है। सो दिस इज़ द एंड ऑफ द पोएम लर्न इट प्रॉपरली स्टूडेंट। ओके दिस इज़ द सेकंड पोएम गोइंग डाउन हिल ऑन अ बाईसाइकिल बाय थैंक यू।